हाँ जी प्यारे विद्यार्थियों, सत श्री अकाल। ਤੇ मैं मनजीत, ਲਾਜ਼ਮੀ ਪੰਜਾਬੀ ਕਲਾਸ 11ਵੀਂ। ਤੇ ਅੱਜ ਅਸੀਂ ਕਰਾਂਗੇ ਪਰੀ ਕਥਾਵਾਂ। ਪਰੀ ਕਥਾਵਾਂ ਜਿਹੜੀਆਂ ਨੇ ਲੋਕ ਕਥਾਵਾਂ ਦਾ ਇੱਕ ਮਹੱਤਵਪੂਰਨ ਅੰਗ ਹਨ। ਇਹਨਾਂ ਦੇ ਜਿਹੜੇ ਨਾਇਕਾਵਾਂ ਜਾਂ ਨਾਇਕ ਹੁੰਦੇ ਨੇ ਉਹ ਪਰੀਆਂ, ਸ਼ਹਿਜ਼ਾਦੀਆਂ ਜਾਂ ਸ਼ਹਿਜ਼ਾਦੇ ਹੁੰਦੇ ਹਨ ਅਤੇ ਇਹਨਾਂ ਵਿੱਚ ਇੱਕ ਅਲੌਕਿਕ ਸ਼ਕਤੀ ਹੁੰਦੀ ਹੈ ਜੋ ਕਿ ਸਾਡੇ ਇਨਸਾਨਾਂ ਨਾਲੋਂ ਬਿਲਕੁਲ ਵੱਖਰੀ ਹੁੰਦੀ ਹੈ। ਤੇ ਇਸੇ ਤਰ੍ਹਾਂ ਦੀ ਅੱਜ ਅਸੀਂ ਪਰੀ ਕਥਾ ਪੜ੍ਹਾਂਗੇ ਜਿਸ ਦਾ ਨਾਂ ਹੈ ਸਬਜ਼ ਪਰੀ। ਇੱਕ ਰਾਜੇ ਦੇ 3 ਪੁੱਤਰ ਸਨ। 2 ਵਿਆਹੇ ਹੋਏ ਸਨ ਅਤੇ ਇੱਕ ਕੁਵਾਰਾ ਸੀ ਜਿਸ ਦਾ ਨਾਮ ਮੀਰਜ਼ਾਦਾ ਸੀ। ਮੀਰਜ਼ਾਦੇ ਦੀ ਭਰਜਾਈ ਚਾਹੁੰਦੀ ਸੀ ਕਿ ਮੀਰਜ਼ਾਦਾ ਉਸਦੀ ਭੈਣ ਨਾਲ ਵਿਆਹ ਕਰੇ, ਪਰ ਮੀਰਜ਼ਾਦਾ ਇਸ ਗੱਲ ਨੂੰ ਨਹੀਂ ਮੰਨਦਾ ਸੀ। ਇੱਕ ਦਿਨ ਉਸਦੀ ਭਰਜਾਈ ਨੇ ਉਸਨੂੰ ਮਿਹਣਾ ਮਾਰਿਆ ਕਿ ਵੇਖਾਂਗੇ ਜਦੋਂ ਤੂੰ ਸਬਜ਼ ਪਰੀ ਵਿਆਹ ਕੇ ਲਿਆਵੇਗਾ। ਇਸ ਗੱਲ 'ਤੇ ਗੁੱਸਾ ਖਾ ਕੇ ਮੀਰਜ਼ਾਦਾ ਘਰੋਂ ਸਬਜ਼ ਪਰੀ ਦੀ ਭਾਲ ਦੇ ਲਈ ਚੱਲ ਪਿਆ ਤੇ ਦੂਰ ਜਾ ਕੇ ਇੱਕ ਜੰਗਲ ਦੇ ਵਿੱਚ ਥੋੜ੍ਹੀ ਦੇਰ ਉਹ ਆਰਾਮ ਕਰਨ ਲੱਗਾ। ਇੰਨੇ ਨੂੰ ਇੱਕ ਸੱਪ ਉਸਦੇ ਵੱਲ ਵਧਿਆ ਤੇ ਉਸਨੇ ਆਪਣੀ ਤਲਵਾਰ ਦੇ ਨਾਲ ਸੱਪ ਦੇ ਟੋਟੇ ਕਰ ਦਿੱਤੇ। ਇਹ ਸਭ ਕੁਝ ਹੰਸ ਅਤੇ ਹੰਸਣੀ ਵੇਖ ਰਹੇ ਸਨ। ਉਹ ਬਹੁਤ ਖੁਸ਼ ਹੋਏ ਕਿਉਂਕਿ ਇਹ ਸੱਪ ਉਹਨਾਂ ਦੇ ਬੱਚਿਆਂ ਨੂੰ ਖਾ ਜਾਂਦਾ ਸੀ। ਉਹਨਾਂ ਨੇ ਮੀਰਜ਼ਾਦੇ ਕੋਲ ਆ ਕੇ ਕਿਹਾ ਕਿ ਹੇ ਭਲੇ ਮਨੁੱਖ, ਅਸੀਂ ਤੇਰੇ ਲਈ ਕੀ ਕਰ ਸਕਦੇ ਹਾਂ। ਤਾਂ ਮੀਰਜ਼ਾਦੇ ਨੇ ਸਬਜ਼ ਪਰੀ ਨਾਲ ਵਿਆਹ ਦੀ ਇੱਛਾ ਬਾਰੇ ਉਹਨਾਂ ਨੂੰ ਦੱਸਿਆ। ਤਾਂ ਹੰਸ ਅਤੇ ਹੰਸਣੀ ਨੇ ਕਿਹਾ ਕਿ ਉਹ ਕਈ ਵਾਰ ਉੜਦੇ ਉੜਦੇ ਪਰੀ ਦੇਸ਼ ਵਿੱਚ ਜਾਂਦੇ ਹਨ ਅਤੇ ਉਹ ਉਸਨੂੰ ਉੱਥੇ ਪਹੁੰਚਾ ਦੇਣਗੇ। ਫਿਰ ਹੰਸ ਮੀਰਜ਼ਾਦੇ ਨੂੰ ਆਪਣੇ ਖੰਭਾਂ 'ਤੇ ਬਿਠਾ ਕੇ ਪਰੀ ਦੇਸ਼ ਵੱਲ ਚੱਲ ਪਿਆ ਤੇ ਇੱਕ ਥਾਂ ਜਾ ਕੇ ਉਸਨੇ ਮੀਰਜ਼ਾਦੇ ਨੂੰ ਉਤਾਰ ਦਿੱਤਾ ਅਤੇ ਮੀਰਜ਼ਾਦਾ ਇੱਕ ਦਰਖਤ ਦੇ ਥੱਲੇ ਆਰਾਮ ਕਰਨ ਲੱਗਿਆ। ਹੰਸ ਨੇ ਵੇਖਿਆ ਕਿ ਇੱਕ ਤਲਾਅ ਦੇ ਵਿੱਚ ਪਰੀਆਂ ਨਹਾ ਰਹੀਆਂ ਹਨ ਤੇ ਉਹਨਾਂ ਨੇ ਆਪਣੇ ਖੰਭ ਕਿਨਾਰੇ 'ਤੇ ਰੱਖੇ ਹੋਏ ਹਨ। ਤਾਂ ਮੀਰਜ਼ਾਦੇ ਦੇ ਕੋਲ ਆ ਕੇ ਹੰਸ ਨੇ ਕਿਹਾ ਕਿ ਤੂੰ ਇਹਨਾਂ ਪਰੀਆਂ ਦੇ ਖੰਭ ਚੁੱਕ ਲਾ ਅਤੇ ਉਹਨਾਂ ਨੂੰ ਇਸ ਸ਼ਰਤ 'ਤੇ ਖੰਭ ਦੇਈਂ ਕਿ ਉਹ ਸਬਜ਼ ਪਰੀ ਨੂੰ ਤੇਰੇ ਨਾਲ ਵਿਆਹ ਕਰਾਉਣ ਲਈ ਮਨਾਉਣ। ਮੀਰਜ਼ਾਦੇ ਨੇ ਉਸੇ ਤਰ੍ਹਾਂ ਕੀਤਾ। ਉਹਨਾਂ ਪਰੀਆਂ ਦੇ ਖੰਭ ਚੁੱਕ ਲਏ ਅਤੇ ਸ਼ਰਤ ਇਹੀ ਰੱਖੀ ਕਿ ਉਹ ਖੰਭ ਤਾਂ ਹੀ ਦੇਵੇਗਾ ਜਦੋਂ ਉਹ ਸਬਜ਼ ਪਰੀ ਨੂੰ ਉਸ ਨਾਲ ਵਿਆਹ ਕਰਾਉਣ ਲਈ ਮਨਾਉਣਗੀਆਂ। ਉਸਨੇ ਇੱਕ ਪਰੀ ਦੇ ਖੰਭ ਦੇ ਦਿੱਤੇ ਅਤੇ ਉਸ ਪਰੀ ਨੇ ਸਬਜ਼ ਪਰੀ ਨੂੰ ਸਭ ਕੁਝ ਜਾ ਕੇ ਦੱਸਿਆ। ਸਬਜ਼ ਪਰੀ ਬੜੀ ਹੈਰਾਨ ਹੋਈ ਕਿ ਇੰਨੀ ਦੂਰ ਕੋਈ ਲੜਕਾ ਕਿਵੇਂ ਆ ਸਕਦਾ ਹੈ। ਤੇ ਜਦੋਂ ਉਹ ਮੀਰਜ਼ਾਦੇ ਕੋਲ ਗਈ ਤਾਂ ਮੀਰਜ਼ਾਦੇ ਦੀ ਖੂਬਸੂਰਤੀ ਦੇਖ ਕੇ ਉਸਨੇ ਵਿਆਹ ਦੇ ਲਈ ਹਾਂ ਕਰ ਦਿੱਤੀ ਅਤੇ ਆਪਣੇ ਪਰੀਆਂ ਵਾਲੇ ਜਿਹੜੇ ਕੱਪੜੇ ਸੀਗੇ ਅਤੇ ਖੰਭ ਸੀਗੇ ਉਹ ਉਤਾਰ ਦਿੱਤੇ ਅਤੇ ਇੱਕ ਆਮ ਕੁੜੀ ਦੀ ਤਰ੍ਹਾਂ ਬਣ ਗਈ। ਤੇ ਮੀਰਜ਼ਾਦਾ ਤੇ ਸਬਜ਼ ਪਰੀ ਔਰ ਹੰਸ ਆਪਣੇ ਦੇਸ਼ ਵੱਲ ਨੂੰ ਚੱਲ ਪਏ। ਪਰ ਹੰਸ ਜਿਹੜਾ ਹੈ ਦੋਹਾਂ ਨੂੰ ਆਪਣੇ ਖੰਭਾਂ 'ਤੇ ਨਹੀਂ ਲਿਜਾ ਸਕਦਾ ਸੀ, ਇਸ ਲਈ ਉਹਨਾਂ ਨੂੰ ਬੇੜੀ ਦੇ ਵਿੱਚ ਜਾਣਾ ਪਿਆ। ਪਰ ਰਸਤੇ ਦੇ ਵਿੱਚ ਇੱਕ ਭਿਆਨਕ ਤੂਫਾਨ ਆਉਣ ਦੇ ਕਾਰਨ ਉਹ ਤਿੰਨੋਂ ਜਣੇ ਵਿਛੜ ਗਏ। ਤਿੰਨੋਂ ਜਣੇ ਅਲੱਗ-ਅਲੱਗ ਪਾਸਿਆਂ ਚਲੇ ਗਏ ਰੁੜ ਕੇ। ਤੇ ਜਿਹੜੀ ਸਬਜ਼ ਪਰੀ ਸੀ ਉਹ ਇੱਕ ਦੇਸ਼ ਦੇ ਵਿੱਚ ਪਹੁੰਚ ਗਈ। ਉੱਥੇ ਦੇ ਰਾਜਾ ਨੇ ਉਸਦੀ ਖੂਬਸੂਰਤੀ ਨੂੰ ਦੇਖ ਕੇ ਉਸ ਨਾਲ ਵਿਆਹ ਕਰਨ ਦੀ ਇੱਛਾ ਪ੍ਰਗਟਾਈ, ਪਰ ਸਬਜ਼ ਪਰੀ ਨੇ ਕਿਹਾ ਕਿ ਉਹ ਪਹਿਲਾਂ ਹੀ ਵਿਆਹੀ ਹੋਈ ਹੈ। ਪਰ ਰਾਜੇ ਨੇ ਕਿਹਾ ਕਿ ਉਸਦਾ ਪਤੀ ਮਰ ਚੁੱਕਿਆ ਹੈ। ਸਬਜ਼ ਪਰੀ ਨੇ ਕਿਹਾ ਕਿ ਉਸਦਾ ਮਨ ਨਹੀਂ ਮੰਨਦਾ, ਇਸ ਲਈ ਉਸਨੇ 1 ਸਾਲ ਦੀ ਮਹੋਲਤ ਰਾਜੇ ਦੇ ਕੋਲੋਂ ਮੰਗੀ ਕਿਉਂਕਿ ਉਹ ਮੀਰਜ਼ਾਦੇ ਨੂੰ ਦੁਬਾਰਾ ਲੱਭਣਾ ਚਾਹੁੰਦੀ ਸੀ। ਉਸਨੇ ਛੱਤ ਉੱਤੇ ਰੋਜ਼ ਪੰਛੀਆਂ ਨੂੰ ਚੋਗਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਇੱਕ ਥਾਂ ਉਸਨੇ ਸੁੱਚੇ ਮੋਤੀਆਂ ਦੀ ਢੇਰੀ ਲਾ ਦਿੱਤੀ। ਉਸਨੂੰ ਪਤਾ ਸੀਗਾ ਕਿ ਸੁੱਚੇ ਮੋਤੀ ਖਾਣ ਹੰਸ ਜ਼ਰੂਰ ਆਵੇਗਾ ਤੇ ਹੰਸ ਦੇ ਜ਼ਰੀਏ ਹੀ ਉਹ ਮੀਰਜ਼ਾਦੇ ਨੂੰ ਦੁਬਾਰਾ ਮਿਲ ਸਕਦੀ ਹੈ। ਤੇ ਇੱਕ ਦਿਨ ਹੰਸ ਉੱਥੇ ਸੁੱਚੇ ਮੋਤੀ ਚੁਗਣ ਲਈ ਆਇਆ ਤਾਂ ਸਬਜ਼ ਪਰੀ ਨੇ ਉਸਨੂੰ ਪਹਿਚਾਣ ਲਿਆ ਅਤੇ ਹੰਸ ਨੇ ਵੀ ਸਬਜ਼ ਪਰੀ ਨੂੰ ਪਹਿਚਾਣ ਲਿਆ। ਫਿਰ ਹੰਸ ਨੇ ਕਿਹਾ ਕਿ ਉਹ ਮੀਰਜ਼ਾਦੇ ਨੂੰ ਵੀ ਲੱਭ ਕੇ ਲਿਆਏਗਾ। ਉੱਧਰ ਮੀਰਜ਼ਾਦਾ ਇੱਕ ਭਠਿਆਰਨ ਦੇ ਕੋਲ ਪੁੱਜ ਗਿਆ ਸੀ ਅਤੇ ਉਹ ਉਸਨੂੰ ਜੰਗਲ ਦੇ ਵਿੱਚੋਂ ਬਾਲਣ ਲਿਆ ਕੇ ਦਿੰਦਾ ਸੀ ਤੇ ਉਸਦੇ ਬਦਲੇ ਵਿੱਚ ਉਸਨੂੰ ਰੋਟੀ ਮਿਲਦੀ ਸੀ। ਜਦੋਂ ਹੰਸ ਉਸਨੂੰ ਲੱਭਣ ਦੇ ਲਈ ਜੰਗਲ ਦੇ ਵਿੱਚ ਗਿਆ ਤਾਂ ਉਸਨੇ ਮੀਰਜ਼ਾਦੇ ਨੂੰ ਉੱਥੇ ਵੇਖਿਆ ਅਤੇ ਉਸਨੇ ਸਾਰੀ ਮਿੱਥਿਆ ਸੁਣਾਈ ਤੇ ਮੀਰਜ਼ਾਦਾ ਸਬਜ਼ ਪਰੀ ਦੇ ਕੋਲ ਆ ਗਿਆ। ਫਿਰ ਹੰਸ ਦੀ ਸਹਾਇਤਾ ਦੇ ਨਾਲ ਸਬਜ਼ ਪਰੀ ਅਤੇ ਮੀਰਜ਼ਾਦਾ ਉੱਥੋਂ ਭੱਜ ਲਏ ਜਿਹੜੇ ਰਾਜੇ ਦੇ ਕੋਲੋਂ ਤੇ ਆਪਣੇ ਦੇਸ਼ ਦੀ ਤਰਫ ਚੱਲ ਪਏ। ਤੇ ਮੀਰਜ਼ਾਦੇ ਨੇ ਆਪਣੇ ਘਰ ਸੁਨੇਹਾ ਭੇਜਿਆ ਆਪਣੇ ਪਿਤਾ ਨੂੰ ਕਿ ਮੈਂ ਸਬਜ਼ ਪਰੀ ਨੂੰ ਵਿਆਹ ਕੇ ਲਿਆ ਰਿਹਾ ਹਾਂ ਤੇ ਸਾਡੇ ਆਉਣ ਦੀ ਖੁਸ਼ੀ ਦੇ ਵਿੱਚ ਸਵਾਗਤ ਕੀਤਾ ਜਾਵੇ। ਉਹ ਇੱਕ ਬਾਗ ਦੇ ਵਿੱਚ ਰੁਕ ਗਏ ਤੇ ਉੱਥੇ ਮੀਰਜ਼ਾਦਾ ਥੋੜ੍ਹਾ ਆਰਾਮ ਕਰਨ ਲੱਗ ਗਿਆ, ਪਰ ਸਬਜ਼ ਪਰੀ ਇੱਧਰ ਉੱਧਰ ਟਹਿਲਣ ਲੱਗੀ। ਉੱਥੇ ਇੱਕ ਮਾਲਣ ਸੀ ਜੋ ਬਹੁਤ ਚਲਾਕ ਸੀ। ਉਸਨੇ ਬਹੁਤ ਚਲਾਕੀ ਨਾਲ ਸਬਜ਼ ਪਰੀ ਦੇ ਕੱਪੜੇ
ਅਤੇ ਗਹਿਣੇ ਪਾ ਲਏ ਅਤੇ ਸਬਜ਼ ਪਰੀ ਨੂੰ ਖੂਹ ਦੇ ਵਿੱਚ ਧੱਕਾ ਦੇ ਦਿੱਤਾ ਤੇ ਆਪ ਉਹ ਮੀਰਜ਼ਾਦੇ ਦੇ ਕੋਲ ਪੁੱਜ ਗਈ। ਮੀਰਜ਼ਾਦੇ ਨੇ ਜਦੋਂ ਉਸ ਵੱਲ ਦੇਖਿਆ ਤਾਂ ਉਸਨੇ ਕਿਹਾ ਕਿ ਤੇਰਾ ਰੰਗ ਰੂਪ ਇੰਨਾ ਕਾਲਾ ਕਿਵੇਂ ਹੋ ਗਿਆ ਹੈ? ਤਾਂ ਮਾਲਣ ਨੇ ਕਿਹਾ ਕਿ ਇੱਕ ਸੱਪ ਨੇ ਮੈਨੂੰ ਡੰਗ ਲਿਆ, ਜਿਸ ਕਾਰਨ ਮੇਰਾ ਰੰਗ ਕਾਲਾ ਹੋ ਗਿਆ ਹੈ, ਪਰ ਛੇਤੀ ਹੀ ਠੀਕ ਹੋ ਜਾਵੇਗਾ। ਪਰ ਮੀਰਜ਼ਾਦਾ ਬਹੁਤ ਪਰੇਸ਼ਾਨ ਹੋਇਆ, ਉਸਦੇ ਮਨ ਵਿੱਚ ਉਹ ਖੁਸ਼ੀ ਨਾ ਰਹੀ ਤੇ ਹੁਣ ਲੋਕ ਸਿਰਫ ਮਾਲਣ ਦੇ ਕੱਪੜੇ ਵੇਖ ਕੇ ਹੀ ਵਾਹ ਵਾਹ ਕਰਨ ਲੱਗੇ, ਪਰ ਮੀਰਜ਼ਾਦਾ ਅੰਦਰੋਂ ਖੁਸ਼ ਨਹੀਂ ਸੀ। ਤੇ ਇੱਕ ਦਿਨ ਜਦੋਂ ਮੀਰਜ਼ਾਦਾ ਉਸ ਖੂਹ ਵੱਲ ਗਿਆ ਤਾਂ ਉਸਨੇ ਵੇਖਿਆ ਕਿ ਇੱਕ ਸੱਪ ਉੱਥੇ ਘੁੰਮ ਰਿਹਾ ਹੈ। ਤਾਂ ਮੀਰਜ਼ਾਦੇ ਨੂੰ ਲੱਗਿਆ ਕਿ ਜਿਵੇਂ ਇਸ ਸੱਪ ਨੇ ਹੀ ਸਬਜ਼ ਪਰੀ ਨੂੰ ਡੰਗਿਆ ਹੋਵੇ ਤੇ ਜਦੋਂ ਉਸਨੇ ਉਸਦਾ ਪਿੱਛਾ ਕੀਤਾ ਤਾਂ ਉਹ ਖੂਹ ਵੱਲ ਚਲੇ ਗਿਆ। ਮੀਰਜ਼ਾਦੇ ਨੇ ਖੂਹ ਵਿੱਚ ਵੇਖਿਆ ਤਾਂ ਇੱਕ ਫੁੱਲ ਜਿਹੜਾ ਸੀ ਬਹੁਤ ਸੋਹਣਾ ਵਿੱਚ ਸੀ ਤੇ ਮੀਰਜ਼ਾਦਾ ਜਦੋਂ ਉਸਨੂੰ ਫੜਨ ਲੱਗਿਆ ਤਾਂ ਉਹ ਫੁੱਲ ਹੋਰ ਡੂੰਘਾ ਹੋ ਗਿਆ। ਪਰ ਜਦੋਂ ਉਸਨੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਤਾਂ ਫੁੱਲ ਆਪਣੇ ਆਪ ਉਸਦੇ ਹੱਥ ਵਿੱਚ ਆ ਗਿਆ। ਮੀਰਜ਼ਾਦਾ ਫੁੱਲ ਲੈ ਕੇ ਮਹਿਲ ਵਿੱਚ ਗਿਆ, ਪਰ ਮਾਲਣ ਫੁੱਲ ਵੇਖ ਕੇ ਹੀ ਸਮਝ ਗਈ ਕਿ ਇਹ ਸਬਜ਼ ਪਰੀ ਦੀ ਕੋਈ ਚਾਲ ਹੈ। ਉਸਨੇ ਆਪਣਾ ਸਿਰ ਫੜਿਆ ਅਤੇ ਮੀਰਜ਼ਾਦੇ ਨੂੰ ਕਿਹਾ ਕਿ ਇਸ ਫੁੱਲ ਦੇ ਕਾਰਨ ਮੇਰਾ ਸਿਰ ਦਰਦ ਹੋਣ ਲੱਗ ਗਿਆ, ਇਸ ਕਰਕੇ ਤੂੰ ਇਸ ਨੂੰ ਤੋੜ ਮਰੋੜ ਕੇ ਕਿਤੇ ਜੰਗਲ ਵਿੱਚ ਸੁੱਟਿਆ। ਮੀਰਜ਼ਾਦੇ ਨੇ ਉਸੇ ਤਰ੍ਹਾਂ ਕੀਤਾ ਤੇ ਇੱਕ ਦਿਨ ਜਦੋਂ ਉਹ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਗਿਆ ਤਾਂ ਮੀਰਜ਼ਾਦੇ ਨੇ ਦੇਖਿਆ ਕਿ ਜਿੱਥੇ ਉਸਨੇ ਫੁੱਲ ਤੋੜ ਮਰੋੜ ਕੇ ਸੁੱਟਿਆ ਸੀ ਉੱਥੇ ਬਹੁਤ ਹੀ ਸੋਹਣਾ ਬਗੀਚਾ ਲੱਗਿਆ ਹੋਇਆ ਹੈ ਤੇ ਉਹ ਉੱਥੇ ਥੋੜ੍ਹਾ ਆਰਾਮ ਕਰਨ ਲੱਗ ਗਿਆ ਤੇ ਉਸ ਦੀ ਅੱਖ ਲੱਗ ਗਈ। ਉਸਨੇ ਦੇਖਿਆ ਕਿ ਉੱਥੇ ਕੁਝ ਪਰੀਆਂ ਦੇ ਗਾਣ ਅਤੇ ਨੱਚਣ ਦੀ ਆਵਾਜ਼ ਉਸ ਨੂੰ ਆਈ, ਪਰ ਉਹਨਾਂ ਦੇ ਵਿੱਚੋਂ ਇੱਕ ਪਰੀ ਨੇ ਕਿਹਾ ਕਿ ਹੇ ਸਖੀਓ, ਜਾਣ ਤੋਂ ਪਹਿਲਾਂ ਮੇਰੀ ਇੱਕ ਨਸੀਹਤ ਜ਼ਰੂਰ ਲੈ ਜਾਓ, ਕਦੀ ਵੀ ਆਦਮ ਜਾਤ 'ਤੇ ਭਰੋਸਾ ਨਾ ਕਰਿਓ, ਇਹਨਾਂ ਨਾਲ ਕਦੀ ਪਿਆਰ ਨਾ ਪਾਉਣਾ, ਇਹ ਬੜੇ ਧੋਖੇਬਾਜ਼ ਹੁੰਦੇ ਹਨ। ਮੀਰਜ਼ਾਦੇ ਨੇ ਆਵਾਜ਼ ਨੂੰ ਪਛਾਣ ਲਿਆ ਕਿ ਇਹ ਤਾਂ ਸਬਜ਼ ਪਰੀ ਦੀ ਆਵਾਜ਼ ਹੈ। ਉਹ ਦੌੜ ਕੇ ਉਸ ਕੋਲ ਗਿਆ ਤੇ ਕਹਿਣ ਲੱਗਿਆ ਕਿ ਜੇਕਰ ਤੂੰ ਇੱਥੇ ਹੈ ਤਾਂ ਮੇਰੇ ਕੋਲ ਕੌਣ ਰਹਿ ਰਿਹਾ ਹੈ? ਸਬਜ਼ ਪਰੀ ਕਹਿਣ ਲੱਗੀ ਕਿ ਮੈਂ ਤੇਰੇ ਪਿੱਛੇ ਆਪਣਾ ਦੇਸ਼ ਸੁੱਖ ਚੈਨ ਛੱਡਿਆ, ਪਰ ਤੂੰ ਮਾਲਣ ਅਤੇ ਸਬਜ਼ ਪਰੀ ਵਿੱਚ ਫਰਕ ਹੀ ਨਹੀਂ ਸਮਝ ਸਕਿਆ। ਮੈਂ ਫੁੱਲ ਬਣ ਕੇ ਤੇਰੇ ਕੋਲ ਆਈ, ਪਰ ਤੂੰ ਮੈਨੂੰ ਤੋੜ ਮਰੋੜ ਕੇ ਬਾਹਰ ਸੁੱਟ ਦਿੱਤਾ। ਇਹ ਕਹਿੰਦਿਆਂ ਸਬਜ਼ ਪਰੀ ਨੇ ਆਪਣੀ ਦੁੱਖ ਭਰੀ ਸਾਰੀ ਕਹਾਣੀ ਸੁਣਾਈ। ਮੀਰਜ਼ਾਦੇ ਨੂੰ ਬੜਾ ਹੀ ਗੁੱਸਾ ਚੜਿਆ। ਉਹ ਉਸੇ ਵੇਲੇ ਸਬਜ਼ ਪਰੀ ਨੂੰ ਮਹਿਲ ਵਿੱਚ ਲੈ ਆਇਆ। ਮਾਲਣ ਨੂੰ ਉਸਨੇ ਘਰੋਂ ਬਾਹਰ ਕੱਢ ਦਿੱਤਾ। ਫਿਰ ਸਬਜ਼ ਪਰੀ ਨਾਲ ਉਹ ਖੁਸ਼ੀ-ਖੁਸ਼ੀ ਰਹਿਣ ਲੱਗਿਆ। ਇਹ ਸੀਗੀ ਸਾਡੀ ਅੱਜ ਦੀ ਪਰੀ ਕਥਾ।